ਪੌੜੀ 34ਵੀਂ ਧਰਮਖੰਡ। ਪ੍ਰਾਕਥਨ। 33 ਪੌੜੀਆਂ ਵਿੱਚ ਅਕਾਲ ਪੁਰਖ ਦਾ ਸਰੂਪ, ਉਸ ਦੀ ਪ੍ਰਾਪਤੀ ਦੇ ਅੰਤਰੰਗ ਸਾਧਨ, ਨਾਮ ਸਿਮਰਨ, ਗੁਣ ਗਿਆਨ ਆਦਿ। ਫਿਰ ਦ੍ਰਿਸ਼ਟ ਮਾਨੀ ਵਿਸ਼ਾਲਤਾ ਤੇ ਸੁੰਦਰਤਾ ਆਦਿ ਤੋਂ ਸਿਫਤ ਸਲਾਹੀ ਰੰਗ ਲੈ ਕੇ ਕਰਤੇ ਵਿੱਚ ਸਮਾਏ ਰਹਿਣ ਦੇ ਬਹਿਰੰਗ ਸਾਧਨ ਵਰਣਨ ਹੋ ਚੁੱਕੇ ਹਨ। ਇਸ ਆਤਮਿਕ ਇਮਾਰਤ ਨੂੰ ਉੱਚੇ ਸੁੱਚੇ ਆਚਰਣ ਦੀਆਂ ਨੀਆਂ ਤੇ ਉਸਾਰਨ ਦੀ ਸਿੱਖਿਆ ਵੀ ਆ ਚੁੱਕੀ ਹੈ। ਫਿਰ ਸਮੇਂ ਦੇ ਪ੍ਰਵਿਰਤ ਸਾਧਨ ਜੋ ਅਸਲੀਅਤ ਤੋਂ ਵਿਗੜ ਚੁੱਕੇ ਸੀ, ਜਾਂ ਅਲਪ ਗੁਣ ਵਾਲੇ ਸੀ, ਜਾਂ ਗਲਤ ਨੀਹਾਂ ਤੇ ਬਣੇ ਹੋਏ ਸਨ, ਸੋ ਜਗ੍ਹਾ ਜਗ੍ਹਾ ਦਿਖਲਾਏ ਜਾ ਚੁੱਕੇ ਨੇ, ਤੇ ਇਹਨਾਂ ਤੋਂ ਚੁੱਕ ਕੇ ਈਸ਼ਵਰ ਪਰਾਇਣਤਾ ਵਿੱਚ ਵਾਹਿਗੁਰੂ ਦੀ ਨਦਰ ਦੀ ਸੇਧ ਹੇਠ ਟਿਕੇ ਰਹਿਣਾ ਵੀ ਵਰਣਨ ਹੋ ਚੁੱਕਾ ਹੈ। ਹੁਣ ਨਵਾਂ ਵਿਸ਼ਾ ਚੱਲਦਾ ਹੈ, ਜੋ 34, 35, 36 ਤੇ 37 ਪੌੜੀਆਂ ਵਿੱਚ ਵਰਣਿਤ ਹੈ। ਇਹ ਹੈ ਕਰਤਾਰ ਦੀ ਕਾਇਨਾਤ ਜਾਂ ਵਿਸ਼ਵ ਵਿੱਚ ਦ੍ਰਿਸ਼ ਤੇ ਅਦ੍ਰਿਸ਼, ਸਥੂਲ ਤੇ ਸੂਖਮ ਰਚਨਾ ਦਾ ਵਰਣਨ। ਇਸ ਨੂੰ 5 ਖੰਡਾਂ ਵਿੱਚ ਵੰਡਿਆ ਹੈ: ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ ਤੇ ਸੱਚਖੰਡ। ਪੌੜੀ 34ਵੀਂ ਵਿੱਚ ਧਰਮਖੰਡ ਦਾ ਵਰਣਨ ਹੈ। ਪੌੜੀ 35ਵੀਂ ਵਿੱਚ ਗਿਆਨਖੰਡ ਤੇ 36ਵੀਂ ਵਿੱਚ ਸਰਮਖੰਡ ਅਤੇ 37ਵੀਂ ਪੌੜੀ ਵਿੱਚ ਕਰਮਖੰਡ ਤੇ ਸੱਚਖੰਡ ਦਾ ਵਰਣਨ ਹੈ। ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਉੱਪਰ ਆਕਾਸ਼ ਹਨ, ਦੁਆਲੇ ਪੌਣ, ਹੇਠਾਂ ਪਤਾਲ ਹਨ। ਸਤਹ ਪੁਰਤੇ ਵਿੱਚ ਅਗਨੀ ਤੇ ਪਾਣੀ। ਐਸੇ ਦੇਸ਼ ਵਿੱਚ ਰਾਤਾਂ, ਰੁੱਤਾਂ, ਥਿੱਤਾਂ ਤੇ ਵਾਰਾਂ, ਅਰਥਾਤ ਇਸ ਤਰ੍ਹਾਂ ਦੀ ਕਾਲਗਤੀ ਰਚ ਕੇ ਉਸ ਪ੍ਰਬੰਧ ਵਿੱਚ ਸਾਈਂ ਨੇ ਇਹ ਧਰਤੀ ਧਰਮ ਕਮਾਉਣ ਦਾ ਸਥਾਨ ਬਣਾ ਕੇ ਸਥਾਪਨ ਕਰ ਰੱਖੀ ਹੈ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਉਸ ਧਰਤੀ ਵਿੱਚ ਰੰਗ ਰੰਗ ਭਾਂਤ ਭਾਂਤ ਦੇ ਜੀਵ ਤੇ ਉਹਨਾਂ ਦੇ ਜੀਵਨ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਜੁਗਤਾਂ ਰਚੀਆਂ ਹਨ। ਉਹ ਜੀਵ ਗਿਣਤੀ ਵਿੱਚ ਅਨੰਤ ਬੇਸ਼ੁਮਾਰ ਹਨ ਤੇ ਉਹਨਾਂ ਦੇ ਨਾਮ ਅਨੇਕ ਹਨ। ਕਰਮੀ ਕਰਮੀ ਹੋਏ ਵਿਚਾਰ। ਹਰੇਕ ਜੀਵ ਦੇ ਆਪੋ ਆਪਣੇ ਕੀਤੇ ਸ਼ੁਭ ਅਸ਼ੁਭ ਕਰਮਾਂ ਦੁਆਰੇ ਵਿਚਾਰ ਵੀ ਹੁੰਦੀ ਹੈ। ਸੱਚਾ ਆਪ ਸੱਚਾ ਦਰਬਾਰ। ਪ੍ਰਸ਼ਨ। ਕਿੱਥੇ? ਉੱਤਰ, ਰਚਨਹਾਰ ਵਾਹਿਗੁਰੂ ਆਪ ਸੱਚਾ ਹੈ, ਸੱਚਾ ਹੀ ਹੈ ਉਸ ਦਾ ਦਰਬਾਰ। ਤਿੱਥੈ ਸੋਹਣ ਪੰਚ ਪਰਵਾਨ। ਉਥੇ ਭਾਵ ਉਸ ਦੇ ਦਰਬਾਰ ਵਿੱਚ ਪ੍ਰਵਾਨ ਹੋਏ ਸੰਤ ਸ਼ੋਭਾ ਪਾਉਂਦੇ ਹਨ। ਨਦਰੀ ਕਰਮ ਪਵੈ ਨਿਸ਼ਾਨ। ਉਥੇ ਮਿਹਰ ਕਰਨ ਵਾਲੇ ਸੱਚੇ ਪਰਮੇਸ਼ਰ ਦੀ ਬਖਸ਼ਿਸ਼ ਦੁਆਰਾ ਨਿਸ਼ਾਨ ਪੈਂਦਾ ਹੈ। ਕੱਚ ਪਕਾਈ ਉਥੈ ਪਾਈ। ਉਥੇ ਜੀਵ ਦੀ ਕਚਿਆਈ ਪਕਿਆਈ ਦਾ ਪਤਾ ਲੱਗਦਾ ਹੈ। ਨਾਨਕ ਗਿਆ ਜਾਪੈ ਜਾਇ। ਫਰਮਾਉਂਦੇ ਹਨ ਗੁਰੂ ਨਾਨਕ ਦੇਵ ਜੀ ਕਿ ਉਸ ਸੱਚੇ ਦਰਬਾਰ ਵਿੱਚ ਗਿਆ ਹੀ ਪਤਾ ਲੱਗੇਗਾ ਕਿ ਕਚਿਆਈ ਕਿਸ ਵਿੱਚ ਤੇ ਪਕਿਆਈ ਕਿਸ ਵਿੱਚ ਹੈ। ਪੌੜੀ 35ਵੀਂ ਗਿਆਨਖੰਡ। ਧਰਮਖੰਡ ਕਾ ਇਹੋ ਧਰਮ, ਗਿਆਨਖੰਡ ਕਾ ਆਖੋ ਕਰਮ। ਧਰਮਖੰਡ ਦਾ ਤਾਂ ਇਹੋ ਧਰਮ ਹੈ ਕਿ ਇੱਥੇ ਧਰਮ ਕਮਾਵੇ। ਹੁਣ ਗਿਆਨਖੰਡ ਦਾ ਵਿਸ਼ਾ ਆਖੋ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਉੱਤਰ। ਉਸ ਵਿੱਚ ਕਿੰਨੇ ਪੌਣ ਪਾਣੀ ਅਗਨੀਆਂ, ਕਿੰਨੇ ਕ੍ਰਿਸ਼ਨ ਤੇ ਸ਼ਿਵ ਹਨ। ਕੇਤੇ ਬਰਮੇ ਘਾੜਤ ਘੜੀਐ ਹੈ, ਰੂਪ ਰੰਗ ਕੇ ਵੇਸ। ਤੇ ਕਿੰਨੇ ਘਾੜਤੀ ਬ੍ਰਹਮੇ ਹਨ, ਜਿਨ੍ਹਾਂ ਤੋਂ ਘੜੇ ਜਾਂਦੇ ਹਨ ਕਈ ਪ੍ਰਕਾਰ ਦੇ ਰੂਪ ਰੰਗ ਤੇ ਵੇਸ। ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼। ਕਿੰਨੀਆਂ ਕਰਮ ਦੀਆਂ ਭੂਮੀਆਂ, ਕਿੰਨੇ ਸੁਮੇਰ, ਕਿੰਨੇ ਧਰੂ,
ਕਿੰਨੇ ਉਪਦੇਸ਼ ਦੇਣ ਵਾਲੇ ਧਰੂ ਵਰਗਿਆਂ ਦੇ ਭਾਵ ਨਾਰਦ ਹਨ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਕਿੰਨੇ ਇੰਦਰ ਚੰਦਰ, ਕਿੰਨੇ ਸੂਰਜ, ਕਿੰਨੇ ਮੰਡਲ ਤੇ ਕਿੰਨੇ ਦੇਸ਼ ਹਨ। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਕਿੰਨੇ ਸਿੱਧ ਬੁੱਧ, ਕਿੰਨੇ ਨਾਥ, ਕਿੰਨੇ ਹਨ ਦੇਵੀ ਦੇ ਸਰੂਪ। ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ। ਕਿੰਨੇ ਦੇਵਤੇ ਦਾਨਵ, ਕਿੰਨੇ ਮੁਨੀ ਰਿਸ਼ੀ ਆਦਿ, ਕਿੰਨੇ ਰਤਨ ਤੇ ਸਮੁੰਦਰ ਹਨ। ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਕਿੰਨੀਆਂ ਜੀਵਾਂ ਦੀਆਂ ਖਾਣੀਆਂ, ਕਿੰਨੀਆਂ ਬਾਣੀਆਂ ਹਨ। ਕਿੰਨੇ ਪ੍ਰਭੂ ਤੇ ਪਾਤਸ਼ਾਹ ਹਨ। ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਕਿੰਨੀਆਂ ਸੁਰਤੀਆਂ ਤੇ ਕਿੰਨੇ ਸੇਵਕ ਹਨ। ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਕਿ ਉਹਨਾਂ ਦਾ ਅੰਤ ਹੀ ਕੋਈ ਨਹੀਂ। ਪੌੜੀ 36ਵੀਂ ਸਰਮਖੰਡ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿਥੈ ਨਾਦ ਵਿਨੋਦ ਕੋਡ ਆਨੰਦ। ਗਿਆਨ ਦੇ ਖੰਡ ਵਿਖੇ ਗਿਆਨ ਮਹਾਨ ਤੇਜਵਾਨ ਹੈ। ਉਥੇ ਕਰੋੜਾਂ ਨਾਦਾਂ ਤੇ ਵਿਨੋਦਾਂ ਦਾ ਆਨੰਦ ਹੈ। ਹੁਣ ਸਰਮਖੰਡ ਤੁਰਿਆ। ਸਰਮਖੰਡ ਕੀ ਬਾਣੀ ਰੂਪ, ਤਿਥੈ ਘਾੜਤ ਘੜੀਐ ਬਹੁਤ ਅਨੂਪ। ਸਰਮਖੰਡ ਆਨੰਦ ਦੇ ਖੰਡ ਦੀ ਲੱਛਣਾ ਸੁੰਦਰਤਾ ਹੈ। ਉਥੇ ਉਪਮਾ ਤੋਂ ਪਰੇ ਭਾਵ ਪਰਮ ਸੁੰਦਰ ਘਾੜਤ ਘੜੀ ਜਾਂਦੀ ਹੈ। ਤਾ ਕੀਆ ਗੱਲਾ ਕਥਿਆ ਨਾ ਜਾਹੇ, ਜੇ ਕੋ ਕਹੈ ਪਿਛੈ ਪਛਤਾਏ। ਉਸ ਸਰਮਖੰਡ ਦੀਆਂ ਗੱਲਾਂ ਕਹੀਆਂ ਨਹੀਂ ਜਾ ਸਕਦੀਆਂ। ਜੇ ਕੋਈ ਉਹ ਗੱਲਾਂ ਆਖੇ ਤਾਂ ਪਿੱਛੋਂ ਪਛਤਾਉਂਦਾ ਹੈ। ਕਿਉਂਕਿ ਸਾਂਗੋ ਪਾਂਗ ਵਰਣਨ ਮਨੁੱਖੀ ਬੋਲੀ ਵਿੱਚ ਹੋ ਨਹੀਂ ਸਕਦਾ। ਨਮੂਨੇ ਲਈ ਦੇਖੋ ਉਥੇ ਤਿਥੈ ਘੜੀਐ ਸੁਰਤ ਮਤ ਮਨ ਬੁੱਧ, ਤਿਥੈ ਘੜੀਐ ਸੁਰਾ ਸਦਾ ਕੀ ਸੁਧ। ਉਥੇ ਸੁਰਤ ਮਤ ਮਨ ਤੇ ਬੁੱਧ ਘੜੀਆਂ ਜਾਂਦੀਆਂ ਹਨ। ਉਥੇ ਘੜੀ ਦੀ ਹੈ ਸੁਧ ਦਿਵ ਬੁੱਧੀ, ਜੋ ਦੇਵਤਿਆਂ ਤੇ ਸਿੱਧਾਂ ਪੁਰਖਾਂ ਦੀ ਵਸਤੂ ਹੈ। ਹੁਣ ਸੋਚੋ, ਬਿਨ ਦੇਖੇ ਇਹ ਗੱਲਾਂ ਕਥਨੀ ਮਾਤਰ ਨਾਲ ਕਿਕੂ ਸਮਝ ਵਿੱਚ ਪੈ ਸਕਦੀਆਂ ਹਨ। ਪੌੜੀ 37ਵੀਂ। ਕਰਮਖੰਡ ਤੇ ਸੱਚਖੰਡ। ਕਰਮਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ। ਕਰਮਖੰਡ ਫਜ਼ਲ ਦੇ ਖੰਡ ਦੀ ਰਚਨਾ ਜੋਰ ਹੈ। ਉਥੇ ਦੂਸਰਾ ਹੋਰ ਕੋਈ ਨਹੀਂ ਹੈ। ਬਿਨਾਂ ਬਖਸ਼ੇ ਹੋਇਆਂ ਦੇ ਤਿਥੈ ਜੋਧ ਮਹਾ ਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ। ਉਥੇ ਹਨ ਜੋਧੇ ਮਹਾਬਲੀ ਤੇ ਸੂਰਮੇ, ਉਹਨਾਂ ਵਿੱਚ ਵਿਆਪਕ ਰਾਮ ਭਰਪੂਰ ਹੋ ਰਿਹਾ ਹੈ। ਤਿਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨ ਕਥਨੇ ਜਾਹੇ। ਉਥੇ ਹਨ ਭਰਪੂਰ ਤੇ ਵਿਆਪਕ ਰਾਮ ਦੀ ਮਹਿਮਾ ਵਿੱਚ ਮਗਨ ਹੋ ਰਹੇ ਅਨੇਕਾਂ ਰਾਮ ਤੇ ਸੀਤਾ। ਉਹਨਾਂ ਦੇ ਰੂਪ ਕਹੇ ਨਹੀਂ ਜਾ ਸਕਦੇ। ਨਾ ਉਹੇ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਉਹ ਮਰਦੇ ਵੀ ਨਹੀਂ ਤੇ ਨਾ ਹੀ ਠੱਗੇ ਜਾਂਦੇ ਹਨ, ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਵਸਦਾ ਹੈ। ਤਿਥੈ ਭਗਤ ਵਸਹਿ ਕੇਲੋ, ਕਰਹਿ ਆਨੰਦ ਸੱਚਾ ਮਨ ਸੋਏ। ਉਥੇ ਕਈ ਲੋਕਾਂ ਦੇ ਭਗਤ ਵਸਦੇ ਹਨ, ਜੋ ਆਨੰਦ ਮਾਣਦੇ ਹਨ, ਕਿਉਂਕਿ ਉਹ ਸੱਚਾ ਪਰਮੇਸ਼ਰ ਉਹਨਾਂ ਦੇ ਮਨ ਵਿੱਚ ਵਸਦਾ ਹੈ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਸੱਚਖੰਡ ਭਾਵ ਸੱਚਖੰਡ ਵਿੱਚ ਆਕਾਰ ਤੋਂ ਰਹਿਤ ਅਕਾਲ ਪੁਰਖ ਆਪ ਵਸਦਾ ਹੈ, ਜੋ ਰਚੀ ਹੋਈ ਨੂੰ ਵੇਖਦਾ ਸੰਭਾਲਦਾ ਹੈ ਤੇ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਕਰਦਾ ਹੈ। ਤਿਥੈ ਖੰਡ ਮੰਡਲ ਵਰ ਭੰਡ,
ਜੇ ਕੋ ਕਥੈ ਤਾਂ ਅੰਤ ਨਾ ਅੰਤ। ਉਥੇ ਖੰਡ ਮੰਡਲ ਤੇ ਬ੍ਰਹਿਮੰਡ ਹਨ। ਜੇ ਕੋਈ ਉਹਨਾਂ ਦਾ ਕਥਨ ਕਰੇ ਤਾਂ ਅੰਤ ਨਹੀਂ ਪੈਂਦਾ। ਤਿਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਉਥੇ ਲੋਕਾਂ ਪਰ ਲੋਕ ਤੇ ਆਕਾਰਾਂ ਪਰ ਆਕਾਰ ਹਨ। ਜਿਸ ਜਿਸ ਪ੍ਰਕਾਰ ਨਿਰੰਕਾਰ ਦਾ ਹੁਕਮ ਹੁੰਦਾ ਹੈ, ਉਵੇਂ ਉਵੇਂ ਉਥੇ ਕਾਰ ਹੋ ਰਹੀ ਹੈ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਉਹ ਨਿਰੰਕਾਰ ਉਹਨਾਂ ਨੂੰ ਵੇਖਦਾ ਹੈ ਤੇ ਵਿਚਾਰ ਕਰਕੇ ਖਿੜਦਾ ਭਾਵ ਖੁਸ਼ ਹੁੰਦਾ ਹੈ। ਕਹਿੰਦੇ ਹਨ ਗੁਰੂ ਨਾਨਕ ਦੇਵ ਜੀ, ਇਸ ਖੰਡ ਦਾ ਹੋਰ ਵਰਣਨ ਕਰਨਾ ਲੋਹੇ ਵਾਂਗੂ ਕਰੜਾ ਹੈ, ਭਾਵ ਬਾਣੀ ਨਹੀਂ ਵਰਣਨ ਕਰ ਸਕਦੀ। ਵਿਆਖਿਆ। ਪੌੜੀ 34 ਤੋਂ 37ਵੀਂ ਤੱਕ ਪਿਛਲੀਆਂ 4 ਪੌੜੀਆਂ ਵਿੱਚ ਜੋ ਖੰਡ ਆਏ ਹਨ, ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ। ਪਹਿਲਾ ਹੈ ਧਰਮ ਖੰਡ। ਇਸ ਵਿੱਚ ਧਰਤੀ ਨੂੰ ਜੀਵਾਂ ਦੇ ਰਹਿਣ ਦਾ ਥਾਂ ਤੇ ਇੱਥੇ ਵਸਦੇ ਜੀਵਾਂ ਨੂੰ ਕਰਮ ਕਰਨਹਾਰ ਦੱਸਿਆ ਹੈ। ਇਸ ਧਰਤੀ ਨੂੰ ਧਰਮ ਖੰਡ ਆਖਿਆ ਹੈ। ਧਰਮ ਨਾਮ ਹੈ ਐਸੀਆਂ ਕਰਨੀਆਂ ਦਾ ਜੋ ਸੰਸਾਰ ਵਿੱਚ ਸ਼ੁਭ ਹੋਣ ਤੇ ਪਰਲੋਕ ਵਿੱਚ ਸਦਗਤੀ ਦੇਣ। ਇਸ ਅੱਧੀ ਪੌੜੀ ਵਿੱਚ ਦੱਸਿਆ ਹੈ ਕਿ ਜੀਵਾਂ ਦੀ ਵਿਚਾਰ ਭਾਵ ਉਹਨਾਂ ਦੇ ਕਰਮਾਂ ਦੀ ਜਾਂਚ ਪੜਤਾਲ ਉਹਨਾਂ ਦੇ ਆਪੋ ਆਪਣੇ ਕਰਮਾਂ ਦੇ ਅਨੁਸਾਰ ਹੁੰਦੀ ਹੈ। ਕਿੱਥੇ ਤਾਂ ਅਗਲੀ ਅੱਧੀ ਪੌੜੀ ਵਿੱਚ ਫਰਮਾਉਂਦੇ ਹਨ ਕਿ ਸਰੀਰ ਤਿਆਗ ਜਾਣ ਦੇ ਬਾਅਦ ਨਾਨਕ ਗਿਆ ਜਾਪੈ ਜਾਏ। ਜਿੱਥੇ ਸੱਚਾ ਵਾਹਿਗੁਰੂ ਆਪ ਹੈ ਤੇ ਉਸ ਦਾ ਦਰਬਾਰ ਹੈ। ਸੱਚਾ ਆਪ ਸੱਚਾ ਦਰਬਾਰ। ਉਥੇ ਜੀਵਾਂ ਦੇ ਕੀਤੇ ਕਰਮਾਂ ਤੇ ਕਮਾਏ ਧਰਮਾਂ ਦੀ ਕਚਿਆਈ ਪਕਿਆਈ ਦੀ ਜਾਂਚ ਪੜਤਾਲ ਹੁੰਦੀ ਹੈ। ਉਥੇ ਸੁਭਾਏਮਾਨ ਕੌਣ ਹੁੰਦੇ ਹਨ? ਉੱਤਰ ਹੈ ਪੰਜ ਪ੍ਰਵਾਨ, ਜਿਨ੍ਹਾਂ ਤੇ ਮਿਹਰ ਦ੍ਰਿਸ਼ਟੀ ਵਾਲੇ ਦੀ ਬਖਸ਼ਿਸ਼ ਨਾਲ ਉਹਨਾਂ ਤੇ ਨਿਸ਼ਾਨ ਪੈਂਦਾ ਹੈ ਕਿ ਇਹ ਬਖਸ਼ੇ ਗਏ ਹਨ। ਹੁਣ ਕਾਲ ਚੱਕਰ ਇਹਨਾਂ ਤੇ ਨਹੀਂ ਪੈ ਸਕਦਾ। ਬਖਸ਼ ਲਿਏ ਨਾਹੀ ਜਮ ਕਾਣੇ। ਬਸੰਤ ਮਹੱਲਾ ਪਹਿਲਾ। ਇਸ ਵਰਣਨ ਤੋਂ ਬਾਅਦ 2.5 ਪੌੜੀਆਂ ਲੰਘ ਕੇ 37ਵੀਂ ਦੇ ਅੱਧ ਵਿੱਚ ਫਿਰ ਉਸ ਟਿਕਾਣੇ ਦਾ ਵਰਣਨ ਆਉਂਦਾ ਹੈ। ਪੌੜੀ 34ਵੀਂ ਵਿੱਚ ਸੱਚਾ ਦਰਬਾਰ ਕਿਹਾ ਹੈ। ਉਸ ਨੂੰ ਪੌੜੀ 37ਵੀਂ ਵਿੱਚ ਸੱਚਖੰਡ ਆਖਿਆ ਹੈ। ਸੱਚਖੰਡ ਦਾ ਵਰਣਨ ਜੋ ਪੌੜੀ 37ਵੀਂ ਵਿੱਚ ਹੈ, ਉਹ ਨਿਰੰਕਾਰ ਨਿਰਗੁਣ ਪਰਮਾਤਮ ਦੇਵ ਦਾ ਵਸਣ ਥਾਂ ਦੱਸਿਆ ਹੈ। ਗੱਲ ਕੀ ਪੌੜੀ 34ਵੀਂ ਦੇ ਪਹਿਲੇ ਅੱਧ ਵਿੱਚ ਆਕਾਰ ਵਾਲੀ ਧਰਤੀ ਤੇ ਆਕਾਰ ਵਾਲੇ ਜੀਵਾਂ ਦਾ ਵਰਣਨ ਹੈ ਤੇ ਪੌੜੀ 37ਵੀਂ ਦੇ ਮਗਰਲੇ ਅੱਧ ਵਿੱਚ ਨਿਰੰਕਾਰ ਅਤੇ ਉਸ ਦੇ ਅਸਥਾਨ ਸਰੂਪ ਦਾ ਕਥਨ ਹੈ। ਇਹਨਾਂ ਦੋਹਾਂ ਸਾਕਾਰ ਤੇ ਨਿਰਾਕਾਰ ਦੇ ਵਿਚਾਲੇ 3 ਹੋਰ ਲੋਕਾਂ ਦਾ ਜ਼ਿਕਰ ਹੈ। ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਜੋ ਪੌੜੀ 35ਵੀਂ 36ਵੀਂ 37ਵੀਂ ਵਿੱਚ ਆਇਆ ਹੈ। ਆਪਣੀ ਅਗਾਧ ਗਤੀ ਨੂੰ ਸ੍ਰੀ ਗੁਰੂ ਜੀ ਆਪ ਜਾਣਨ, ਪਰ ਐਸਾ ਪ੍ਰਤੀਤ ਦਿੰਦਾ ਹੈ ਕਿ ਗਿਆਨ ਖੰਡ ਵਿੱਚ ਗਿਆਨ ਦਾ, ਸਰਮ ਖੰਡ ਵਿੱਚ ਵਿਸਮਾਦ ਤੇ ਖੁਸ਼ੀ ਦਾ ਤੇ ਕਰਮ ਖੰਡ ਵਿੱਚ ਭਗਤੀ ਤੇ ਆਤਮਿਕ ਬਲ ਦਾ ਵਰਣਨ ਹੈ। ਇਹ 3 ਧਰਤੀ ਵਾਂਗੂ ਸਾਕਾਰ ਤੇ ਸੱਚਖੰਡ ਵਾਂਗੂ ਨਿਰੰਕਾਰ ਵਰਣਨ ਨਹੀਂ ਹੋਏ, ਪਰੰਤੂ ਇਹ ਗੱਲ ਸਪਸ਼ਟ ਦੱਸੀ ਹੈ ਕਿ ਗਿਆਨ ਖੰਡ ਵਿੱਚ ਗਿਆਨ ਦਾ ਪ੍ਰਕਾਸ਼ ਹੈ ਤੇ ਕਰੋੜਾਂ ਆਨੰਦਾਂ ਦਾ ਨਿਵਾਸ ਹੈ। ਸਰਮ ਖੰਡ ਵਿੱਚ ਰੂਪ ਭਾਵ ਸੌਂਦਰਯ ਦੀ ਪ੍ਰਧਾਨਤਾ ਹੈ ਤੇ ਗਿਆਨ ਦੇ ਸਾਰੇ ਰੂਪ ਵੀ ਉਥੇ ਘੜੀਦੇ ਹਨ। ਸੁਰਤ, ਮਤ, ਮਨੀਖਾ, ਬੋਧੀ ਤੇ ਸੁਧ, ਜੋ ਸੁਤੇ ਤੇ ਸਿੱਧੀ ਗਿਆਨ ਰੂਪਾ ਗਿਆਤ ਹੈ। ਉਥੇ ਸੌਭਾਗਿਅਤਾ ਤੇ ਸੁਖ ਹੀ ਸੁਖ ਹਨ। ਨਾਮ ਇਸ ਨੂੰ ਸਰਮ ਖੰਡ ਦਿੱਤਾ ਹੈ। ਸਰਮ ਹੈ ਸੰਸਕ੍ਰਿਤ ਪਦ ਸ਼੍ਰਮ ਮਨ, ਜਿਸ ਦਾ ਅਰਥ ਹੈ ਹਰਖ ਆਨੰਦ। ਇਸ ਵਾਸਤੇ ਕਿ ਇੱਥੇ ਉਹ ਆਨੰਦ ਹੈ ਜੋ ਰੱਬੀ ਸੌਂਦਰਯ ਦੁਆਰਾ ਪ੍ਰਾਪਤ ਹੁੰਦਾ ਹੈ। ਸੁੰਦਰਤਾ ਸੁਤੇ ਹੀ ਆਨੰਦਦਾਇਕ ਵਸਤੂ ਹੈ। ਇਸ ਕਰਕੇ ਰੂਪ ਜਾਂ ਸੁੰਦਰਤਾ ਪ੍ਰਧਾਨੀ ਥਾਂ ਨੂੰ ਜਿੱਥੇ ਹਰਖ ਹੀ ਹਰਖ ਹੈ, ਸਰਮ ਖੰਡ ਆਖਿਆ ਹੈ। ਇਤਨਾ ਦੱਸ ਕੇ ਇਸ ਖੰਡ ਦਾ ਹੋਰ ਵਰਣਨ ਖੋਲ ਸਕਣਾ ਕਠਨ ਦੱਸਿਆ ਹੈ। ਫਿਰ ਕਰਮ ਖੰਡ ਹੈ, ਜਿੱਥੇ ਕਈ ਲੋਕਾਂ ਦੇ ਭਗਤਾਂ ਦਾ ਨਿਵਾਸ ਹੈ।
ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਵਸਦਾ ਹੈ ਤੇ ਉਹ ਆਨੰਦ ਮਗਨ ਰਹਿੰਦੇ ਹਨ। ਇੱਥੇ ਜੋਰ ਦਾ ਨਿਵਾਸ ਦੱਸਿਆ ਹੈ, ਪਰ ਇਹ ਜੋਰ ਹਉਂ ਦਾ ਜੋਰ ਨਹੀਂ, ਇਹ ਪਰਮਾਤਮ ਬਲ ਹੈ। ਜਿਸ ਨਾਲ ਹਉਂ ਦੂਰ ਹੁੰਦੀ ਹੈ ਤੇ ਅੰਦਰ ਰਾਮ ਭਰਪੂਰ ਹੋ ਜਾਂਦਾ ਹੈ। ਫਿਰ ਉਥੇ ਮਹਿਮਾ ਤੇ ਮਹਿਮਾਵਾਨ ਦੱਸੇ ਹਨ, ਜਿਨ੍ਹਾਂ ਦੀ ਸੁੰਦਰਤਾ ਅਕਥਨੀ ਹੈ। ਵੱਡੀ ਗੱਲ ਇਥੋਂ ਦੀ ਇਹ ਹੈ ਕਿ ਇਥੋਂ ਫੇਰ ਗਿਰਾਉ ਨਹੀਂ, ਨਾ ਕਾਲ ਚੱਕਰ ਵਿੱਚ ਭ੍ਰਮਣ ਇਥੋਂ ਹੋ ਸਕਦਾ ਹੈ, ਤੇ ਨਾ ਮਾਇਆ ਕੀ ਪ੍ਰਕਿਰਤੀ ਕੋਈ ਮੋਹਣੀ ਮੋਹ ਕੇ ਠੱਗ ਸਕਦੀ ਹੈ। ਕਰਮ ਖੰਡ ਦਾ ਅਰਥ ਹੈ ਬਖਸ਼ਿਸ਼, ਫਜ਼ਲ। ਕਰਮ ਦਾ ਨਿਸ਼ਾਨ ਜਿਨ੍ਹਾਂ ਨੂੰ ਪਿਆ, ਇਹ ਉਹਨਾਂ ਦਾ ਖੰਡ ਹੈ। ਜਿਨ੍ਹਾਂ ਨੂੰ ਨਿਸ਼ਾਨ ਪਿਆ ਹੈ ਉਹ ਕਾਲ ਚੱਕਰੋਂ ਉੱਪਰ ਹੋ ਗਏ ਹਨ। ਬਖਸ਼ ਲੀਏ ਨਾਹੀ ਜਮ ਕਾਣੇ, ਬਸੰਤ ਮਹੱਲਾ ਪਹਿਲਾ। ਸੱਚਖੰਡ ਵਿੱਚ ਵਸਦਾ ਵਾਹਿਗੁਰੂ ਜਗਤ ਪ੍ਰਬੰਧ ਨੂੰ ਵੇਖਦਾ, ਤੋਰਦਾ, ਵਿਚਾਰਦਾ ਤੇ ਮਿਹਰਾਂ ਕਰਦਾ, ਆਪਣੇ ਹੁਕਮ ਦੁਆਰਾ ਸੰਚਾਲਨ ਕਰਦਾ ਲਿਖਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੱਸੇ ਸੱਚਖੰਡ ਨੂੰ ਸੱਚਾ ਮਹਿਲ ਕਰਕੇ ਵੀ ਲਿਖਿਆ ਹੈ, ਅਤੇ ਆਪਣਾ ਉੱਥੇ ਜਾਣਾ ਤੇ ਅਕਾਲ ਪੁਰਖ ਤੋਂ ਨਿਵਾਜੇ ਜਾਣ ਦਾ ਸੰਖੇਪ ਇਸ਼ਾਰਾ ਦਿੱਤਾ ਹੈ। ਜਿਸ ਤਰ੍ਹਾਂ ਹਉ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦੇਹੈ ਕੈ ਵਾਰ ਧੁਰ ਹੋ ਫੁਰਮਾਇਆ। ਢਾਡੀ ਸੱਚੈ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਾਲਾਹ ਕੱਪੜਾ ਪਾਇਆ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿਨ ਸੁਖ ਪਾਇਆ। ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਾਲਾਹੇ ਪੂਰਾ ਪਾਇਆ। ਵਾਰ ਮਾਝ ਮਹੱਲਾ ਪਹਿਲਾ। ਜਨਮ ਸਾਖੀ ਨੇ ਸੱਚੇ ਮਹਿਲ ਪਿਆਨੇ ਦਾ ਵਿਸਥਾਰ ਨਾਲ ਹਾਲ ਦਿੱਤਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਸੱਚੇ ਮਹਿਲ ਨੂੰ ਸੂਖ ਮਹਿਲ ਕਰਕੇ ਵਰਣਨ ਕੀਤਾ ਹੈ। ਜਿਸ ਤਰ੍ਹਾਂ ਸੂਖ ਮਹਿਲ ਜਾ ਕੇ ਊਚ ਦੁਆਰੇ, ਤਾ ਮਹਿ ਵਾਸਹਿ ਭਗਤ ਪਿਆਰੇ। ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਵਿਰਲੇ ਕਾਹੂ ਨੇਤਰਹੁ ਡੀਠੀ। ਰਹਾਉ ਤਹ ਗੀਤ ਨਾਦ ਆਖਾਰੇ ਸੰਗਾ, ਊਹਾ ਸੰਤ ਕਰਹਿ ਹਰ ਰੰਗਾ। ਤਹ ਮਰਨ ਨ ਜੀਵਨ ਸੋਗ ਨ ਹਰਖਾ, ਸਾਚ ਨਾਮ ਕੇ ਅੰਮ੍ਰਿਤ ਵਰਖਾ। ਗੋਹਜ ਕਥਾ ਇਹ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ। ਸੂਹੀ ਮਹੱਲਾ ਪੰਜਵਾ। ਇਥੇ ਸੰਸਾ ਕੀਤਾ ਜਾ ਸਕਦਾ ਹੈ ਕਿ ਇਉਂ ਤਾਂ ਉਸ ਨਿਰਾਕਾਰ ਦਾ ਕਿਸੇ ਦੇਸ਼ ਵਿੱਚ ਟਿਕਾਣਾ ਹੋ ਗਿਆ, ਫਿਰ ਉਹ ਇੱਕ ਦੇਸ਼ੀ ਤੇ ਇੱਕ ਦੇਸ਼ੀ ਹੋਣ ਕਰਕੇ ਪ੍ਰਣਾਮੀ ਹੋ ਗਿਆ। ਤਦ ਆਪ ਉਥੇ ਪੌੜੀ 37ਵੀਂ ਵਿੱਚ ਖੰਡ ਮੰਡਲ ਬ੍ਰਹਿਮੰਡ ਲੋ ਲੋ ਦੱਸ ਕੇ ਉਸ ਦੇ ਸਰਬ ਵਿਆਪੀ ਹੋਣ ਦਾ ਭਾਵ ਦਰਸਾਉਂਦੇ ਹਨ। ਉਸ ਦੇ ਨਿਰਾਕਾਰ ਹੋ ਕੇ ਫਿਰ ਵੇਖਣ ਵਿਗਸਨ ਹੁਕਮ ਤੋਰਨ ਦਾ ਜੇ ਸੰਸਾ ਉਪਜੇ ਤਾਂ ਉਸ ਦਾ ਉੱਤਰ ਦਿੰਦੇ ਹਨ ਕਿ ਇਹ ਗੱਲ ਕਥਨ ਤੋਂ ਪਰੇ ਦੀ ਹੈ, ਵਰਣਨ ਨਹੀਂ ਹੋ ਸਕਦੀ, ਸੋ ਸਮਝੀ ਵੀ ਨਹੀਂ ਜਾ ਸਕਦੀ। ਨਾਨਕ ਕਥਨਾ ਕਰੜਾ ਸਾਰ, ਇਹੋ ਗੱਲ ਦੂਜੀ ਪੌੜੀ ਵਿੱਚ ਦੱਸ ਆਏ ਹਨ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਸਦਾ ਸਤ ਸਰੂਪ ਦਾ ਹੁਕਮ ਸਦਾ ਸਤ ਸਰੂਪ ਹੈ। ਜਿਵੇਂ ਆਪ ਅਕਥ ਹੈ ਤਿਵੇਂ ਹੁਕਮ ਅਕਥ ਹੈ। ਪੰਜਵੇਂ ਸਤਿਗੁਰੂ ਜੀ ਨੇ ਇਹ ਵਾਹਿਗੁਰੂ ਦੇ ਦੇਸ਼ ਦੀ ਕਥਾ ਅਗਮ ਅਗਾਧ ਦੱਸ ਕੇ ਇਉਂ ਵਰਣਨ ਕੀਤੀ ਹੈ। ਸਾਰਗ ਮਹੱਲਾ ਪੰਜਵਾ। ਅਸ਼ਟਪਦੀ ਘਰ ਸੇਵਾ, ਏਕ ਓੰਕਾਰ ਸਤਿਗੁਰ ਪ੍ਰਸਾਦ। ਅਗਮ ਅਗਾਧ ਸੁਨਹੁ ਜਨ ਕਥਾ,
ਪਾਰ ਬ੍ਰਹਮ ਕੀ ਅਚਰਜ ਸਭਾ ਰਹਾਉ। ਸਦਾ ਸਦਾ ਸਤਿਗੁਰ ਨਮਸਕਾਰ। ਗੁਰ ਕਿਰਪਾ ਤੇ ਗੁਣ ਗਾਏ ਅਪਾਰ। ਮਨ ਭੀਤਰ ਹੋਵੈ ਪਰਗਾਸ। ਗਿਆਨ ਅੰਜਨ ਅਗਿਆਨ ਬਿਨਾਸ਼। ਮਿਤ ਨਾਹੀ ਜਾ ਕਾ ਬਿਸਥਾਰ। ਸੋਭਾ ਤਾ ਕੀ ਅਪਰ ਅਪਾਰ। ਅਨਕ ਰੰਗ ਜਾ ਕੇ ਗਨੇ ਨਾ ਜਾਹੇ। ਸੋਗ ਹਰਖ ਦੋਹੁ ਮਹਿ ਨਾਹੇ। ਅਨਕ ਬ੍ਰਹਮੇ ਜਾ ਕੇ ਬੇਦ ਤੁਨ ਕਰਹੈ। ਅਨਕ ਮਹੇਸ਼ ਬੈਸ ਧਿਆਨ ਧਰਹੈ। ਅਨਕ ਪੁਰਖ ਅੰਸਾ ਅਵਤਾਰ। ਅਨਕ ਇੰਦਰ ਊਬੈ ਦਰਬਾਰ। ਅਨਕ ਪਵਨ ਪਾਵਕ ਅਰ ਨੀਰ। ਅਨਕ ਰਤਨ ਸਾਗਰ ਦਦ ਖੀਰ। ਅਨਕ ਸੂਰ ਸਸੀ ਅਰ ਨਖਿਆਤ। ਅਨਕ ਦੇਵੀ ਦੇਵਾ ਬਹੁ ਭਾਂਤ। ਅਨਕ ਬਸੁਦਾ ਅਨਕ ਕਾਮ ਧੇਨ। ਅਨਕ ਪਾਰ ਜਾਤ ਅਨਕ ਮੁਖ ਬੇਨ। ਅਨਕ ਆਕਾਸ ਅਨਕ ਪਾਤਾਲ। ਅਨਕ ਮੁਖੀ ਜਪੀਐ ਗੋਪਾਲ। ਅਨਕ ਸ਼ਾਸਤਰ ਸਿਮਰਤ ਪ੍ਰਾਨ। ਅਨਕ ਜੁਗਤ ਹੋਵਤ ਬਖਿਆਨ। ਅਨਕ ਸਰੋਤੇ ਸੁਣਹਿ ਨਿਧਾਨ। ਸਰਬ ਜੀਅ ਪੂਰਨ ਭਗਵਾਨ। ਅਨਕ ਧਰਮ ਅਨਕ ਕੁਮੇਰ। ਅਨਕ ਬਰਨ ਅਨਕ ਕਨਕ ਸੁਮੇਰ। ਅਨਕ ਸੇਖ ਨਵਤਨ ਨਾਮ ਲੇਹੇ। ਪਾਰ ਬ੍ਰਹਮ ਕਾ ਅੰਤ ਨ ਤੇਹੇ। ਅਨਕ ਪੁਰੀਆ ਅਨਕ ਤਹਿ ਖੰਡ। ਅਨਕ ਰੂਪ ਰੰਗ ਬ੍ਰਹਮੰਡ। ਅਨਕ ਬਨਾ ਅਨਕ ਫਲ ਮੂਲ। ਆਪਹਿ ਸੂਖਮ ਆਪਹਿ ਅਸਥੂਲ। ਅਨਕ ਜੁਗਾਦ ਦਿਨਸ ਅਰ ਰਾਤ। ਅਨਕ ਪਰਲੋ ਅਨਕ ਉਪਾਤ। ਅਨਕ ਜੀਅ ਜਾ ਕੇ ਗ੍ਰਹਿ ਮਾਹਿ। ਰਮਤ ਰਾਮ ਪੂਰਨ ਸਰਬ ਠਾਇ। ਅਨਕ ਮਾਇਆ ਜਾ ਕੀ ਲਖੀ ਨਾ ਜਾਇ। ਅਨਕ ਕਲਾ ਖੇਲੈ ਹਰ ਰਾਇ। ਅਨਕ ਧੁਨਤ ਲਲਤ ਸੰਗੀਤ। ਅਲਕ ਗੁਪਤ ਪ੍ਰਗਟੇ ਤਹਿ ਚੀਤ। ਸਭ ਤੇ ਊਚ ਭਗਤ ਜਾ ਕੈ ਸੰਗ। ਆਠ ਪਹਿਰ ਗੁਣ ਗਾਵਹਿ ਰੰਗ। ਅਨਕ ਅਨਾਹਦ ਆਨੰਦ ਝੁਨਕਾਰ। ਓਆ ਰਸ ਕਾ ਕਛ ਅੰਤ ਨ ਪਾਰ। ਸਤ ਪੁਰਖ ਸਤ ਅਸਥਾਨ। ਊਚ ਤੇ ਊਚ ਨਿਰਮਲ ਨਿਰਬਾਨ। ਆਪਣਾ ਕੀਆ ਜਾਣੈ ਆਪ। ਆਪੇ ਘਟ ਘਟ ਰਹਿਓ ਬਿਆਪ। ਕਿਰਪਾ ਨਿਧਾਨ ਨਾਨਕ ਦਇਆਲ। ਜਿਨ ਜਪਿਆ ਨਾਨਕ ਤੇ ਭਏ ਨਿਹਾਲ। ਜਿਵੇਂ ਕਿ ਸੱਚਮੁੱਚ ਹੈ ਸਾਡੇ ਮਨ ਸਮਝ ਨਹੀਂ ਸਕਦੇ। ਜਿਵੇਂ ਕਿ ਸਾਡੇ ਮਨ ਕੁਛ ਖਿਆਲ ਬਣਾ ਸਕਣ, ਤਿਵੇਂ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ। ਫੇਰ ਕਥਨਾ ਕਰੜਾ ਸਾਰ ਆਖਦੇ, ਆਪ ਉਥੇ ਪਹੁੰਚ ਕੇ ਦੇਖਣ ਦੀ ਸੈਨਤ ਦਿੰਦੇ ਹਨ। ਵਿਰਲੇ ਕਾਹੂ ਨੇਤਰ ਹੋ ਡੀਠੀ ਕਹਿੰਦੇ ਹੋਏ ਗੋਹਜ ਕਥਾ ਇਹ ਗੁਰ ਤੇ ਜਾਣੀ। ਸੂਹੀ ਮਹੱਲਾ ਪੰਜਵਾ ਦੱਸਦੇ ਹਨ। ਇਸ ਸਾਰੰਗ ਰਾਗ ਵਾਲੇ ਸ਼ਬਦ ਵਿੱਚ ਸਾਡੀ ਸਮਝ ਗੋਚਰਾ ਕੁਛ ਕਰਕੇ ਅੰਤ ਫਰਮਾਇਆ ਹੈ ਕਿ ਉਹ ਸਤਿਪੁਰਖ ਹੈ। ਉਸ ਦਾ ਸਥਾਨ ਸਤ ਹੈ। ਉਹ ਸਭ ਤੋਂ ਉੱਚਾ ਤੇ ਨਿਰਵਾਨ ਹੈ। ਉਹ ਸਤ ਅਸਥਾਨ ਦਾ ਵਾਲੀ ਘਟ ਘਟ ਵਿੱਚ ਹੈ, ਸਾਰੇ ਵਿਆਪਕ ਹੈ ਤੇ ਅਗਮ ਅਗਾਧ ਹੈ। ਸੋ ਇਉਂ ਹੀ ਸਾਨੂੰ ਸਮਝ ਕੇ ਸਿਮਰਨ ਕੀਰਤਨ ਆਦਿ ਦੇ ਦੱਸੇ ਰਸਤੇ ਤੁਰ ਕੇ ਆਪ ਅਨੁਭਵ ਕਰਨਾ ਚਾਹੀਏ। ਇਸੇ ਇੱਕ ਦੇਸ਼ੀ ਪਣੇ ਦੇ ਸੰਸੇ ਕਰਕੇ ਦਾਰਸ਼ਨਿਕ ਦਾਨੇ ਵਿਦਵਾਨ
ਪੰਜ ਖੰਡਾਂ ਨੂੰ ਸ਼ਾਸਤਰਾਂ ਦੇ ਦੱਸੇ 3 ਕਾਂਡਾਂ ਵਿੱਚ ਵੰਡ ਕੇ ਅਰਥ ਲਾਉਂਦੇ ਹਨ ਤੇ ਕੁਛ ਇਉਂ ਵਰਣਨ ਕਰਦੇ ਹਨ। ਨੰਬਰ 1 ਧਰਮ ਖੰਡ ਭਾਵ ਕਰਮ ਕਾਂਡ। ਨੰਬਰ 2 ਗਿਆਨ ਖੰਡ ਭਾਵ ਗਿਆਨ ਕਾਂਡ। ਨੰਬਰ 3 ਸਰਮ ਖੰਡ ਭਾਵ ਉਪਾਸਨਾ ਕਾਂਡ। ਬਾਕੀ ਰਹੇ ਕਰਮ ਖੰਡ ਤੇ ਸੱਚ ਖੰਡ। ਸੋ ਕਰਮ ਖੰਡ ਨੂੰ ਕਈ ਦਾਨੇ ਸਰਮ ਖੰਡ ਦੇ ਨਾਲ ਉਪਾਸਨਾ ਕਾਂਡ ਵਿੱਚ ਸਮਿਲਿਤ ਲੈਂਦੇ ਹਨ ਤੇ ਕਈ ਇਹਨਾਂ ਤਿੰਨਾਂ ਜੁਗਤਾਂ ਸਾਧਨਾ ਨਾਲ ਪ੍ਰਾਪਤ ਲੋਕਾਂ ਤੋਂ ਵੱਖਰਾ ਬਖਸ਼ਿਸ਼ ਦਾ ਕਾਂਡ ਵਰਣਨ ਕਰਦੇ ਹਨ। ਜੋ ਲੋਕ ਨਿਰਾਧਾਰ ਹੋ ਕੇ ਕੇਵਲ ਈਸ਼ਰ ਆਧਾਰ ਤੇ ਟਿਕੇ ਤੇ ਜਿਨ੍ਹਾਂ ਤੇ ਮਿਹਰ ਹੋ ਗਈ, ਉਹਨਾਂ ਦਾ ਖੰਡ ਕਰਮ ਹੈ। ਅੱਗੇ ਸੱਚਖੰਡ ਨਿਰਾਕਾਰ ਦਾ ਟਿਕਾਣਾ ਹੈ, ਕਾਂਡ ਨਹੀਂ। ਕਵੀ ਸੰਤੋਖ ਸਿੰਘ ਜੀ ਨੇ ਪਹਿਲਾ ਕਰਮ ਕਾਂਡ ਮੰਨਿਆ ਹੈ, ਜੋ ਰਾਤੀ ਰੋਤੀ ਥਿੱਤੀ ਵਾਰ ਤੋਂ ਤੁਰ ਕੇ ਸੱਚਾ ਆਪ ਸੱਚਾ ਦਰਬਾਰ ਤੇ ਮੁੱਕਾ ਤੇ ਫੇਰ ਤਿੱਥੈ ਸੋਹਣ ਪੰਚ ਪ੍ਰਵਾਨ ਤੋਂ ਉਪਾਸਨਾ ਕਾਂਡ ਤੁਰਿਆ ਤੇ ਪੌੜੀ 35ਵੀਂ ਵਿੱਚ ਗਿਆਨ ਕਾਂਡ ਤੁਰਿਆ। ਫਿਰ ਪੌੜੀ 36ਵੀਂ ਵਿੱਚ ਸਰਮ ਖੰਡ ਨੂੰ ਕਵੀ ਜੀ ਨੇ ਮੋੜ ਕਰਮ ਕਾਂਡ ਲਿਆ ਹੈ। ਥੂਣੀ ਖੰਡਨ ਨਿਆਏ ਅਨੁਸਾਰ ਇਹ 7 ਨਾਮ ਦੇ ਉਪਾਸਕਾਂ ਦਾ ਕਰਮ ਕਾਂਡ ਦੱਸਿਆ ਹੈ। ਫਿਰ ਕਰਮ ਖੰਡ ਨੂੰ ਆਪ ਜੀ ਨੇ ਉਪਾਸਨਾ ਕਾਂਡ ਦੱਸਿਆ ਹੈ। ਕੋਈ ਦਾਨੇ ਕਰਮ ਨੂੰ ਸੰਸਕ੍ਰਿਤੀ ਪਦ ਮੰਨ ਕੇ ਕਿਰਿਆ ਦਾ ਖੰਡ ਵੀ ਅਰਥ ਲਾਉਂਦੇ ਹਨ। ਇਹ ਕਰਮ ਪੂਰਨ ਪਦ ਤੇ ਅਪੜੇ ਤੇ ਬੀਤ ਰਾਗ ਦਾ ਕਰਮ ਕਰਤੱਵ ਹੈ, ਜੋ ਉਹ ਪਰਮ ਪਦ ਤੇ ਪਹੁੰਚ ਕੇ ਜਗਤ ਦੀ ਨਿਸ਼ਕਾਮ ਸੇਵਾ ਤਤਪਰ ਹੋ ਕੇ ਕਰਦਾ ਹੈ। ਜੈਸਾ ਕਿ ਗੁਰੂ ਜੀ ਨੇ ਫਰਮਾਇਆ ਹੈ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ। ਇਉਂ ਵੀ ਕਰਮ ਖੰਡ ਨਾ ਉਹ ਮਰਹਿ ਨਾ ਠਾਗੇ ਜਾਹੇ ਵਾਲਾ ਇੱਕ ਪਰਮ ਪਦ ਹੀ ਬਣਦਾ ਹੈ। ਪੌੜੀ 34ਵੀਂ 35ਵੀਂ 36ਵੀਂ ਤੇ 37ਵੀਂ ਵਿੱਚ ਆਏ ਖੰਡਾਂ ਦੀ ਵਿਆਖਿਆ ਕਿ ਇਹ 5 ਖੰਡ ਹਨ, 3 ਕਾਂਡ ਨਹੀਂ। ਸੰਨ 1899 ਦੇ ਲਗਭਗ ਅਨੁਭਵ ਹੋਈ ਸੀ, ਜੋ 1904 ਦੇ ਲਗਭਗ ਛਪੇ ਰਾਣਾ ਸੂਰਤ ਸਿੰਘ ਦੇ ਅੰਕ 5 ਉਡਾਰੀ ਵਿੱਚ ਛੰਦਾਬੰਦੀ ਵਿੱਚ ਛਾਪ ਦਿੱਤੀ ਸੀ। ਫਿਰ ਇਹ ਵਿਆਖਿਆ 1900 ਈਸਵੀ ਵਿੱਚ ਨਸਰ ਵਿੱਚ ਵੀ ਦਿੱਤੀ ਗਈ ਸੀ, ਜੋ ਚਮਤਕਾਰਾਂ ਵਿੱਚ ਆ ਚੁੱਕੀ ਹੈ। ਤਦ ਤੋਂ ਵਿਦਵਾਨਾਂ ਦੀ ਵਿਚਾਰ ਇਸ ਪਹਿਲੂ ਵਿੱਚ ਇਹਨਾਂ ਪੌੜੀਆਂ ਦੇ ਅਰਥ ਵਿਚਾਰ ਵੇਲੇ ਵਧੇਰੇ ਦਿਲਚਸਪੀ ਲੈਂਦੀ ਹੈ। 1926 ਵਿੱਚ ਇੱਕ ਵਿਦਵਾਨ ਨੇ, ਜਿਨ੍ਹਾਂ ਦਾ ਨਾਮ ਹੁਕਮ ਚੰਦ ਕੁਮਾਰ BA ਹੈ, ਜਪਜੀ ਦੇ ਇਹਨਾਂ 5 ਖੰਡਾਂ ਬਾਬਤ ਇੱਕ ਸਵਿਸਥਾਰ ਵਿਆਖਿਆ ਅੰਗਰੇਜ਼ੀ ਵਿੱਚ ਲਿਖੀ ਸੀ। ਉਹਨਾਂ ਨੇ ਵੀ ਇਹ 5 ਖੰਡ ਤਸਲੀਮ ਕੀਤੇ ਹਨ। ਉਹਨਾਂ ਦੇ ਲਿਖੇ ਦਾ ਸੰਖੇਪ ਇੱਥੇ ਦਿੰਦਾ ਹਾਂ। ਉਹ ਲਿਖਦੇ ਹਨ ਕਿ ਇਹ 5 ਖੰਡ 5 ਲੋਕ ਹਨ। ਇਹ ਇੱਕ ਦੂਜੇ ਦੇ ਉੱਪਰ ਅਲਮਾਰੀ ਦੇ ਤਖਤਿਆਂ ਵਾਂਗੂ ਨਹੀਂ, ਪਰ ਇੱਕ ਦੂਜੇ ਦੇ ਵਿੱਚ ਹਨ, ਜਿਵੇਂ ਇੱਕ ਬਰਤਨ ਵਿੱਚ ਰੇਤ ਹੋਵੇ। ਰੇਤ ਦੇ ਕਿਣਕਿਆਂ ਦੇ ਵਿਚਾਲੇ ਹਵਾ ਹੁੰਦੀ ਹੈ, ਪਾਣੀ ਪਾਓ ਤਾਂ ਵਿੱਚੇ ਸਮਾ ਜਾਂਦਾ ਹੈ। ਇਹ ਮਿਸਾਲ ਸਥੂਲ ਪ੍ਰਕਿਰਤੀ ਦੀ ਹੈ, ਜੋ ਇਸ ਪ੍ਰਿਥਵੀ ਪਰ ਹੈ। ਅੱਗੋਂ ਪ੍ਰਕਿਰਤੀ ਸੂਖਮ ਤੇ ਹੋਰ ਸੂਖਮ ਹੈ, ਸੋ ਸੂਖਮ ਪ੍ਰਕਿਰਤੀ ਸਥੂਲ ਦੇ ਅੰਤਰਗਤ ਹੈ, ਫਿਰ ਉਸ ਤੋਂ ਉੱਪਰ ਵੀ ਹੈ। ਇਸ ਪ੍ਰਿਥਵੀ ਤੋਂ ਅਗਲੇ ਲੋਕਾਂ ਗਿਆਨ ਖੰਡ ਆਦਿ ਵਿੱਚ ਸੂਖਮਤਾ ਵੱਧਦੀ ਚਲੀ ਜਾਂਦੀ ਹੈ, ਪਰ 5 ਅੱਡ-ਅੱਡ ਹਨ ਤੇ ਸਮਿਲਿਤ ਵੀ ਹਨ, ਅੰਤਰਗਤ ਵੀ ਹਨ ਤੇ ਫਿਰ ਸੂਖਮ ਸਥੂਲ ਤੋਂ ਅਗੇਰੇ ਵੀ ਹਨ। ਨੀਵੇਂ ਲੋਕ ਅਗਲੇ ਲੋਕ ਦੇ ਹਾਲਾਤ ਨਹੀਂ ਜਾਣਦੇ, ਕਿਉਂਕਿ ਉਹਨਾਂ ਦੇ ਹਵਾਸ ਸੂਖਮ ਦੇਸ਼ਾਂ ਦੇ ਸੂਖਮ ਤੱਤਾਂ ਦੇ ਲਹਿਰਾਓ ਨਾਲ ਮੁਤਾਸਰ ਨਹੀਂ ਹੁੰਦੇ। ਜੇਕੂ ਸਾਡੀਆਂ ਅੱਖਾਂ ਅਲਟਰਾ ਵਾਇਲਟ ਚਾਨਣ ਵਿੱਚ ਨਹੀਂ ਦੇਖ ਸਕਦੀਆਂ, ਚਾਹੋ ਉਹਨਾਂ ਦੀ ਹਸਤੀ ਯਕੀਨੀ ਹੈ। ਨੰਬਰ 2 ਧਰਮ ਖੰਡ ਤੇ ਗਿਆਨ ਖੰਡ। ਉਹ ਲਿਖਦੇ ਹਨ ਕਿ ਇਸ ਹਿਸਾਬ ਪਹਿਲਾ ਧਰਮ ਖੰਡ ਹੈ। ਇਹ ਸਾਡੀ ਸਥੂਲ ਸਮਾਨਾਂ ਵਾਲੀ ਧਰਤੀ ਹੈ, ਜਿੱਥੇ ਸਥੂਲ ਪੌਣ ਪਾਣੀ ਆਦਿ ਤੱਤ ਹਨ, ਜੀਵ ਹਨ ਇੱਥੇ, ਪਰ ਕਈ ਭਾਂਤਾਂ ਦੇ। ਧਰਮ ਕਰਨਾ ਇਥੋਂ ਦਾ ਸ਼ੁਭ ਕਰਤੱਵ ਹੈ, ਪਰ ਆਮ ਤੌਰ ਤੇ ਪਤਾ ਨਹੀਂ ਲੱਗਦਾ ਕੌਣ ਭਲਾ ਹੈ ਕੌਣ ਬੁਰਾ। ਪਰ ਅੱਗੇ ਚੱਲ ਕੇ ਉਹਨਾਂ ਦੇ ਕਰਮਾਂ ਦੀ ਵਿਚਾਰ ਹੋਵੇਗੀ
ਜਿੱਥੇ ਸੱਚਾ ਆਪ ਹੈ ਤੇ ਸੱਚਾ ਦਰਬਾਰ ਹੈ, ਉਥੇ ਸ਼ੋਭਾ ਪਾਉਣਗੇ ਜੋ ਇਥੋਂ ਪੰਜ ਗੁਰਮੁਖ ਹੋ ਕੇ ਗਏ। ਕੱਚਾ ਪਣ ਤੇ ਪੱਕਾ ਪਣ ਦਾ ਨਿਰਣਾ ਉਥੇ ਹੋਵੇਗਾ, ਮਿਹਰਾਂ ਵਾਲੇ ਦੀ ਬਖਸ਼ਿਸ਼ ਦਾ ਨਿਸ਼ਾਨ ਉਥੇ ਪਵੇਗਾ। ਸੋ ਉਥੋਂ ਦੀ ਤਿਆਰੀ ਆਪ ਜੀ ਨੇ ਦੱਸਿਆ ਹੈ ਕਿ ਇਸ ਧਰਤੀ ਉੱਤੇ ਗੁਰਮਤਿ ਅਨੁਸਾਰ ਸੁਣਿਆ ਮੰਨਿਆ ਮਨ ਕੀਤਾ ਭਾਉ ਹੈ। ਇਸੀ ਤਰ੍ਹਾਂ ਦੂਸਰਾ ਲੋਕ ਗਿਆਨ ਖੰਡ ਹੈ। ਇਹਨੂੰ ਆਪਣੇ ਸੁਅਪਨ ਅਵਸਥਾ ਵਾਲਾ ਦੇਸ਼ ਦੱਸਿਆ ਹੈ। ਫਿਰ ਆਪਣੇ ਇਸ ਨੂੰ ਸ਼ਾਸਤਰਾਂ ਦੇ ਭੁਅਰ ਤੇ ਸਵਰ ਲੋਕਾਂ ਨਾਲ ਤੇ ਆਲਮੇ ਮਲਕੂਤ ਨਾਲ ਮੇਲਿਆ ਹੈ ਤੇ ਥੀਓਸਾਫੀ ਦੇ ਆਸਟਰਲ ਪਲੇਨ ਨਾਲ। ਇਸ ਲੋਕ ਵਿੱਚ ਗਿਆਨ ਦਾ ਪ੍ਰਕਾਸ਼ ਹੈ, ਸੰਗੀਤਕ ਲਹਿਰਾਵਾਂ ਦਾ ਤੇ ਅਨੰਤ ਸੁੱਖਾਂ ਦਾ ਦੇਸ਼ ਹੈ। ਫਿਰ ਇਹ ਬੇਅੰਤ ਸਮਾਨਾਂ ਦਾ ਦੇਸ਼ ਹੈ। ਕਈ ਤਰ੍ਹਾਂ ਦੇ ਸੂਖਮ ਤਰ੍ਹਾਂ ਦੇ ਪੌਣ ਪਾਣੀ ਆਦਿ ਸਾਰੇ ਸਮਾਨ ਹਨ ਇੱਥੇ ਕੋ ਆਪਨੇ ਸਰ ਆਲੀਵਰ ਲਾਜ਼ ਵੱਡੇ ਸਾਇੰਸ ਵੇਤਾ ਦੇ ਵਾਕ ਦਿੱਤੇ ਹਨ। ਅਸੀਂ ਹੁਣ ਜਾਣਦੇ ਹਾਂ ਕਿ ਆਕਾਸ਼ਾਂ ਵਿੱਚ ਹੋਰ ਦੁਨੀਆਂ ਵੀ ਹਨ, ਉਹਨਾਂ ਵਿੱਚ ਵੀ ਹੋ ਸਕਦੇ ਹਨ। ਇਹ ਵੀ ਠੀਕ ਨਹੀਂ ਕਿ ਸਾਰੇ ਜੀਵ ਸਾਡੇ ਵਰਗੇ ਹੀ ਹੋਣ। ਮੈਂ ਤੁਹਾਨੂੰ ਦੱਸਦਾ ਹਾਂ ਕਿ ਜੋ ਮਜ਼ਹਬ ਸਿਖਾਉਂਦਾ ਹੈ ਉਸ ਦਾ ਉਹ ਮੋਟਾ ਨਕਸ਼ਾ ਕਿ ਸੰਤ ਅਰ ਫਰਿਸ਼ਤੋਂ ਸਾਡੇ ਨਾਲ ਹਨ। ਮੈਂ ਨਿਸ਼ਚਾ ਰੱਖਦਾ ਹਾਂ ਕਿ ਅੱਖਰ ਠੀਕ ਹੈ। ਨੰਬਰ 3 ਸਰਮਖੰਡ। ਆਪ ਲਿਖਦੇ ਹਨ ਕਿ ਗੁਰੂ ਆਸ਼ਾ ਮੂਜਬ ਇਹ ਰੂਪ ਸੁੰਦਰਤਾ ਦਾ ਦੇਸ਼ ਹੈ। ਭਲਾ ਸੂਤ ਦੇ ਆਈਡੀਆਜ਼ ਦੇ ਸੂਖਮ ਅਵੈਵ ਇੱਥੇ ਹਨ। ਇਹ ਅਨੂਪਮ ਤੇ ਅਤ ਸੂਖਮ ਘਾੜਤਾਂ ਦਾ ਦੇਸ਼ ਹੈ। ਇੱਥੇ ਸੁਰਤ ਮਤ ਮਨ ਬੁੱਧ ਤੇ ਸੁਧ ਘੜੀ ਦੇ ਹਨ। ਇਸ ਨੂੰ ਆਪ ਦੇਵ ਚਾਨਕ ਲੋਕ ਨਾਲ ਮੇਲਦੇ ਹਨ। ਇੱਥੇ ਖਿਆਲ ਦੇ ਲਹਿਰਾਓ ਨਾਲ ਕਿਤਨਾ ਕੁਛ ਰਚਿਆ ਜਾਂਦਾ ਹੈ, ਜਿਸ ਦੀਆਂ ਗੱਲਾਂ ਕਥੀਆਂ ਨਾ ਜਾਹੇ ਲਿਖਿਆ ਹੈ। ਕਿਉਂਕਿ ਸੁਰਤ ਮਤ ਮਨ ਬੁੱਧ ਸੁਧ ਸਾਰੇ ਇੱਥੇ ਘੜੀ ਦੇ ਹਨ, ਜੋ ਹੋਰ ਉਚੇਰੀ ਅਵਸਥਾ ਹੈ। ਨੰਬਰ 4 ਕਰਮਖੰਡ। ਇਹ ਸਰਮਖੰਡ ਤੋਂ ਵੀ ਸੂਖਮ ਹੈ, ਜਿਸ ਦਾ ਲੱਛਣ ਜ਼ੋਰ ਹੈ। ਉਪਰੋਕਤ ਲੇਖਕ ਜੀ ਇਸ ਨੂੰ ਬਖਸ਼ਿਸ਼ ਦਾ ਖੰਡ ਨਹੀਂ ਮੰਨਦੇ, ਪਰ ਉਹ ਥਾਂ ਜਿੱਥੋਂ ਰੂਹਾਨੀ ਤਾਕਤਾਂ ਹੇਠਲੇ ਲੋਕਾਂ ਨੂੰ ਜਾਂਦੀਆਂ ਹਨ ਤੇ ਸਹਾਇਤਾ ਦਿੰਦੀਆਂ ਹਨ। ਇਸ ਨੂੰ ਆਪ ਬੁੱਧਿਕ ਜਾਂ ਨਿਰਵਾਣਿਕ ਲੋਕ ਨਾਲ ਮੇਲਦੇ ਹਨ ਤੇ ਦੱਸਦੇ ਹਨ ਕਿ ਇਹ ਬਲ ਪਰਾਕਰਮ ਦਾ ਦੇਸ਼ ਹੈ। ਇੱਥੋਂ ਦੇ ਰਹਿਣ ਵਾਲੇ ਅਮਰ ਹਨ। ਇਹ ਇਨਸਾਨੀ ਪਹੁੰਚ ਦਾ ਸਭ ਤੋਂ ਉੱਚਾ ਲੋਕ ਹੈ। ਤਿੱਥੈ ਹੋਰ ਨਾ ਕੋਈ ਹੋਰ ਦਾ ਆਪ ਅਰਥ ਕਰਦੇ ਹਨ ਕਿ ਇੱਥੇ ਹੋਰਪਣਾ ਨਹੀਂ ਹੈ। ਹਰ ਕੋਈ ਦੂਜਿਆਂ ਨੂੰ ਅਭੇਦ ਪ੍ਰਤੀਤ ਕਰਦਾ ਹੈ ਤੇ ਵੱਖ ਤੇ ਵੱਖਤਾ ਨਹੀਂ ਹੈ। ਇਹ ਲੋਕ ਜਲਾਲ ਦਾ ਹੈ। ਨੰਬਰ 5 ਸੱਚਖੰਡ। ਇਹ ਨਿਰੰਕਾਰ ਦਾ ਲੋਕ ਹੈ, ਜੋ ਇੱਕ ਲੋਕ ਵੀ ਹੈ ਤੇ ਸਰਬ ਵਿਆਪਕ ਵੀ ਹੈ। ਜਿੱਥੇ ਕਰਤਾਰ ਆਪਣੀ ਰਚੀ ਨੂੰ ਸੰਭਾਲਦਾ ਪਿਆਰਦਾ ਹੈ। ਇਸ ਵਿੱਚ ਗੁਰੂ ਜੀ ਨੇ ਖੰਡ ਮੰਡਲ ਬ੍ਰਹਿਮੰਡ ਤੇ ਆਕਾਰ ਦੱਸੇ ਹਨ, ਜਿਸ ਤੋਂ ਸਰਬ ਵਿਆਪੀ ਸਰਬ ਦੇ ਅੰਤਰਗਤ ਤੇ ਸਰਬ ਨੂੰ ਵਿੱਚ ਲੈ ਕੇ ਫਿਰ ਨਿਰੰਕਾਰ ਦਾ ਟਿਕਾਣਾ ਹੈ। ਇਸ ਦਾ ਦਰਸ਼ਨ ਵੇਰਵਾ ਗੁਰੂ ਜੀ ਨੇ ਸੋਦਰ ਵਿੱਚ ਦਿੱਤਾ ਹੈ, ਜੋ ਅਰਸ਼ੀ ਸੰਗੀਤ ਦਾ ਅਚਰਜ ਲਹਿਰਾਓ ਹੈ, ਜਿਸ ਵਿੱਚ ਸਾਰੀ ਰਚਨਾ ਕੀਰਤਨ ਕਰ ਰਹੀ ਹੈ। ਗੁਰੂ ਜੀ ਨੂੰ ਇਹ ਦਰਸ਼ਨ ਸੋਤੇ ਪ੍ਰਾਪਤ ਸੀ। ਉਹ ਦਿਵ ਦ੍ਰਿਸ਼ਟੀ ਵਾਲੇ ਸਨ ਤੇ ਸਾਰੀ ਕੁਦਰਤ ਦੇ ਪਰਦੇ ਪਿੱਛੇ ਸਤਿਪੁਰਖ ਦੇ ਜਲਾਲ ਜਮਾਲ ਨੂੰ ਵੇਖਦੇ ਸਨ। ਇੱਥੇ ਹੁਕਮ ਚੰਦ ਜੀ ਦਾ ਵੇਰਵਾ ਸਮਾਪਤ ਹੈ। ਸੋ ਇਹਨਾਂ ਪੰਜਾਂ ਖੰਡਾਂ ਦੇ ਅਰਥ ਭਾਵ ਜੋ ਗੁਰਬਾਣੀ ਤੋਂ ਸਹੀ ਹੁੰਦੇ ਹਨ ਉੱਪਰ ਆ ਚੁੱਕੇ ਹਨ, ਜਿਨ੍ਹਾਂ ਦੇ ਨਾਲ ਸ੍ਰੀ ਹੁਕਮ ਚੰਦ ਦੀ ਵਿਆਖਿਆ ਵੀ ਕੁਝ ਮੇਲ ਖਾਂਦੀ ਹੈ। ਫਲਸਫੇ ਦੇ ਰੁੱਖ ਵਾਲੇ ਦਾਨਿਆਂ ਦੇ ਤ੍ਰੈ ਕਾਂਡੇ ਅਰਥ ਭਾਵ ਵੀ ਦੱਸੇ ਜਾ ਚੁੱਕੇ ਹਨ। ਕਈ ਦਾਨਿਆਂ ਦੇ ਸ਼ਾਸਤਰੋਕਤ 7 ਲੋਕਾਂ ਨਾਲ ਮੇਲਣ ਦੇ ਯਤਨ ਜ਼ਿਕਰ ਕੀਤੇ ਜਾ ਚੁੱਕੇ ਹਨ। ਇਹਨਾਂ ਸਾਰਿਆਂ ਤੋਂ ਛੁੱਟ ਕਈ ਸੋਚਵਾਨ ਇਹਨਾਂ ਵਿੱਚ ਇਨਸਾਨੀ ਕਰਮ ਕਰਤੱਵ ਜਾਂ ਆਚਰਣ ਦੀ ਦਰਜੇਵਾਰ ਸਿੱਖਿਆ ਦੇ ਅਰਥਾਂ ਵਿੱਚ ਵੀ ਘਟਾਉਣ ਦਾ ਯਤਨ ਕਰਦੇ ਨੇ। ਕਈ ਲੇਖਕ ਇਹਨਾਂ ਪੰਜਾਂ ਖੰਡਾਂ ਦੇ ਅਰਥ ਨਾ ਸਥੂਲ ਸੂਖਮ ਖੰਡ, ਨਾ ਦਾਰਸ਼ਨਿਕਾਂ ਦੇ ਤ੍ਰੈ ਕਾਂਡ, ਨਾ ਸ਼ਾਸਤਰਾਂ ਦੇ ਦੱਸੇ ਲੋਕ, ਨਾ ਆਤਮ ਉન્નਤੀ ਦੇ ਦਰਜੇ ਪਰ
ਨਿਰਾ ਆਚਰਣ ਕਰਮ ਮਾਤਰ ਦੀ ਉਚਤਾ ਦੇ ਵੇਰਵਿਆਂ ਵਿੱਚ ਘਟਾਉਣ ਦਾ ਯਤਨ ਕਰਦੇ ਹਨ, ਜੋ ਖਿੱਚ ਮਾਤਰ ਪ੍ਰਤੀਤ ਦਿੰਦੀ ਹੈ। ਨਿਰੁਕਤ ਪੌੜੀ 34ਵੀਂ ਤੋਂ 37ਵੀਂ ਤੱਕ। ਧਰਮਸ਼ਾਲ ਦਾ ਭਾਵ ਹੈ ਧਰਮਸ਼ਾਲਾ, ਧਰਮ ਦਾ ਅਸਥਾਨ, ਧਰਮ ਚਲਾਉਣ ਦਾ ਥਾਂ। ਕੇ ਰੰਗ ਦਾ ਭਾਵ ਹੈ ਕਈ ਰੰਗ, ਭਾਵ ਭਾਂਤ ਭਾਂਤ ਦੇ, ਤਰ੍ਹਾਂ ਤਰ੍ਹਾਂ ਦੇ। ਕਰਮ ਦਾ ਭਾਵ ਹੈ ਕਰਤੱਤ, ਕਰਤੱਵ, ਪ੍ਰਕਾਰ, ਵਿਸ਼ੈ। ਜਾਪਦਾ ਹੈ ਕਿ ਇਹ ਪਦ ਕ੍ਰਮ ਹੈ। ਇਸ ਦਾ ਭਾਵ ਹੈ ਤਰਤੀਬ, ਪਦ ਜਾਂ ਦਰਜਾ। ਆਖੋ ਦਾ ਭਾਵ ਹੈ ਤੁਸੀਂ ਦੱਸੋ। ਘਾੜਤ ਦਾ ਭਾਵ ਹੈ ਘੜਨ ਵਾਲਾ, ਰਚਨ ਵਾਲਾ। ਘਾੜਤੀ ਪਦ ਦੀ ਮਾਤਰਾ ਘਟਾ ਕੇ ਘਾੜਤ ਕੀਤਾ ਹੈ ਛੰਦ ਦੇ ਵਜ਼ਨ ਲਈ। ਘੜੀਐ ਹੈ ਭਾਵ ਘੜੇ ਜਾਂਦੇ ਹਨ। ਕਰਮ ਭੂਮੀ ਦਾ ਭਾਵ ਹੈ ਉਹ ਲੋਕ ਜਿਨ੍ਹਾਂ ਵਿੱਚ ਕਰਮ ਪ੍ਰਧਾਨ ਹੈ, ਜੈਸੇ ਸਾਡੀ ਧਰਤੀ ਹੈ। ਕਰਮ ਭੂਮ ਮਹਿ ਬੋਅਹੁ ਨਾਮ। ਗੌੜੀ ਮਹੱਲਾ ਪੰਜਵਾ। ਪਾਤ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸੁਆਮੀ, ਪ੍ਰਭੂ। ਹਿੰਦੀ ਵਿੱਚ ਪਾਂਤ, ਪੰਕਤੀ। ਫਾਰਸੀ ਵਿੱਚ ਪਾਦ ਭਾਵ ਤਖਤ, ਪ੍ਰਭੂ। ਰਾਜਿਆਂ ਦੀਆਂ ਪੰਕਤੀਆਂ ਅਰਥ ਵੀ ਕਰਦੇ ਹਨ। ਸੁਰਤੀਆਂ ਦਾ ਭਾਵ ਹੈ ਸੁਰਤਾਂ ਅਥਵਾ ਸੁਰਤ ਨਾਲ ਅਭਿਆਸ ਕਰਨ ਵਾਲੀਆਂ ਰੂਹਾਂ ਜਾਂ ਬੀਬੀਆਂ। ਵੇਦਾਂ ਦੀਆਂ ਸ਼ਰੂਤੀਆਂ ਭਾਵ ਵੇਦ। ਸੁਰਤੀ ਸੇਵਕ ਭਾਵ ਸੁਰਤੀਆਂ ਦੇ ਸੇਵਕ, ਰਿਖੀ ਆਦਿ। ਆਨੰਦ ਦਾ ਭਾਵ ਹੈ ਅਹਿਲਾਦ, ਪ੍ਰਸੰਨਤਾ। ਵਿਨੋਦ ਦਾ ਭਾਵ ਹੈ ਹਰਖ। ਵਿਨੋਦ ਦਾ ਅਰਥ ਆਮੋਦ, ਪ੍ਰਮੋਦ ਵੀ ਲਿਖਿਆ ਹੈ। ਆਮੋਦ ਭਾਵ ਇਸ਼ਟ ਵਸਤੂ ਦੇ ਦਰਸ਼ਨ ਦਾ ਆਨੰਦ। ਪ੍ਰਮੋਦ ਭਾਵ ਉਸ ਦੀ ਪ੍ਰਾਪਤੀ ਤੋਂ ਜੋ ਸੁਖ ਹੋਵੇ। ਦੋਏ ਪਦ ਗੁਰਬਾਣੀ ਵਿੱਚ ਇਕੱਠੇ ਵੀ ਆਉਂਦੇ ਹਨ। ਕੋਡ ਦਾ ਭਾਵ ਹੈ ਕਰੋੜਾਂ। ਸ਼ਰਮ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਸ਼ਰਮ, ਮਨ, ਖੁਸ਼ੀ, ਆਨੰਦ। ਕਈ ਦਾਨੇ ਸ਼ਰਮ, ਮਿਹਨਤ ਅਰਥ ਵੀ ਕਰਦੇ ਹਨ, ਪਰ ਤਦੋਂ ਇਸ ਦਾ ਰੂਪ ਅਕਸਰ ਸ਼ਰਮ ਹੁੰਦਾ ਹੈ, ਜਿਸ ਤਰ੍ਹਾਂ ਸ਼ਰਮ ਪਾਵੈ ਸਗਲੇ ਬਿਰਥਾਰੇ, ਸੁਖਮਨੀ ਸਾਹਿਬ। ਕਈ ਸ਼ਰਮ ਫਾਰਸੀ ਭਾਵ ਲੱਜਿਆ ਅਰਥ ਕਰਦੇ ਹਨ ਤੇ ਭਾਵ ਲੈਂਦੇ ਹਨ ਵੈਰਾਗ, ਪਰੰਤੂ ਰੂਪ ਭਾਵ ਸੁੰਦਰਤਾ ਤੇ ਆਨੰਦ ਦਾ ਪਰਸਪਰ ਮੇਲ ਹੈ। ਸੁੰਦਰਤਾ ਦੇ ਦਰਸ਼ਨ ਤੋਂ ਸੁਤੇ ਖੁਸ਼ੀ ਹੁੰਦੀ ਹੈ। ਇੱਥੇ ਖੁਸ਼ੀ ਤ੍ਰਿਸ਼ਨਾ ਦੀ ਪੂਰਨਤਾ ਮਾਤਰ ਵਾਲੀ ਖੁਸ਼ੀ ਨਹੀਂ, ਪਰ ਕੁਦਰਤ ਵਸਿਆ ਵਾਹਿਗੁਰੂ ਦੇ ਦਰਸ਼ਨ ਜਾਂ ਅਨੁਭਵ ਦਾ ਆਨੰਦ ਹੈ। ਬਾਣੀ ਦਾ ਭਾਵ ਹੈ ਬਣਤਰ, ਲੱਛਣਾ, ਲਿਖਾ ਦੇਣਾ। ਬਾਣੀ ਭਾਵ ਬੋਲੀ, ਪ੍ਰਤਿਪਾਦਨ ਕਰਨਾ। ਸੰਪਰਦਾਇ ਵਿੱਚ ਇਉਂ ਵੀ ਲਾਉਂਦੇ ਹਨ, ਸਰਮਖੰਡ ਵਾਲਿਆਂ ਦੀ ਬਾਣੀ ਸੁੰਦਰ ਹੁੰਦੀ ਹੈ ਅਥਵਾ ਸਰਮਖੰਡ ਦੀ ਬਨਾਵਟ ਸੁੰਦਰ ਹੈ। ਸੁਰਤ ਮਤ ਮਨ ਬੁੱਧ ਦਾ ਭਾਵ ਗਿਆਨ ਦੇ ਦਰਜੇ ਦੱਸੇ ਹਨ। ਸੁਰਤ ਮਤ ਮਨ ਬੁੱਧ ਸੁਧ। ਜਪਜੀ ਦੇ ਇੱਕ ਪੁਰਾਣੇ ਪੱਛਮੀ ਟੀਕਾਕਾਰ ਨੇ ਮਨ ਬੁੱਧ ਦਾ ਅਰਥ ਕੀਤਾ ਹੈ ਮਨ ਬੁੱਧ ਵਿੱਚ, ਪਰ ਇੱਥੇ ਮਨ ਇਸਤਰੀ ਲਿੰਗ ਹੈ। ਮੁਰਾਦ ਹੈ ਮਨੀਖਾ ਤੋਂ, ਜੋ ਬੁੱਧੀ ਨਾਲੋਂ ਵਿਤਰੇਕ ਕਰਨੇ ਨਿਮਿਤ ਹੈ। ਮਨੀਖਾ ਉਹ ਮਨ ਜਿਸ ਵਿੱਚ ਇੱਛਾ ਪ੍ਰਧਾਨ ਹੈ। ਮਨੀਖਾ ਇਸਤਰੀ ਲਿੰਗ ਹੈ। ਬੁੱਧ ਦਾ ਭਾਵ ਹੈ ਮਨ ਦੀ ਉਹ ਗਿਆਤ ਜੋ ਵਿਵੇਕ ਤੇ ਵਿਤਰੇਕ ਕਰਦੀ ਹੈ ਤੇ ਨਿਰਣੇ ਕਰਕੇ ਨਿਸ਼ਚੇ ਵੱਲ ਲੈ ਜਾਂਦੀ ਹੈ। ਘਾੜਤ ਘੜੀਏ ਦੀ ਸੈਣਤ ਵੀ ਉਸ ਸੁੰਦਰ ਸਰੂਪ ਦੀ ਲਿਖਾਇਕ ਜਾਪਦੀ ਹੈ, ਜੋ ਆਪੀ ਨੇ ਆਪ ਸਾਜਿਓ ਅਨੁਸਾਰ ਆਪਣੀ ਸਾਜਨਾ ਕਰਕੇ ਚਾਉ ਭਰਿਆ ਬੈਠਾ। ਦੋਈ ਕੁਦਰਤ ਦੀ ਸਾਜਨਾ ਲਈ ਕਈ ਪ੍ਰਕਾਰ ਦੀ ਚੇਤਨ ਸਾਜਨਾ ਪਿਆ ਕਰਦਾ ਹੈ, ਜੋ ਕਿ ਅਚੇਤਨ ਸਾਜਨਾ ਵਿੱਚ ਕੰਮ ਕਰਦੀ ਹੈ। ਸੁੱਧ ਦਾ ਭਾਵ ਹੈ ਸੁੱਧ ਜਾਂ ਸਿੱਧ ਉਹ ਬੁੱਧੀ ਹੈ ਜੋ ਕਾਰਨ ਕਾਰਜ ਜਾਣ ਕੇ ਸਿਧਾਂਤ ਤੇ ਅਪੜਨ ਦੀ ਥਾਂ ਸਿੱਧਾ ਹੀ ਸੱਚ ਤੇ ਸਿਧਾਂਤ ਦੀ ਗਿਆਤਾਵਾਨ ਹੋ ਜਾਂਦੀ ਹੈ। ਇਸ ਦੀ ਪ੍ਰਾਪਤੀ ਪੂਰਨਤਾ ਨੂੰ ਅਪੜੇ ਸਿੱਧ ਪੁਰਖਾਂ ਨੂੰ ਹੁੰਦੀ ਹੈ ਜਾਂ ਇਹ ਦੇਵਤਿਆਂ ਵਿੱਚ ਹੁੰਦੀ ਹੈ। ਸੋ ਤੇ ਗਿਆਨ ਵਾਲੀ ਬੁੱਧੀ ਇਹ ਪੱਛਮੀ ਫਿਲਾਸਫਰਾਂ ਦੀ ਇੰਟਿਊਸ਼ਨ ਨਾਲ ਕੁਝ ਮਿਲਦੀ ਹੈ ਅਥਵਾ ਯੋਗ ਦਰਸ਼ਨ ਦੀ ਰਿਤੰਬਰਾ ਨਾਲ ਮਿਲਦੀ ਹੈ। ਸਤ ਨੂੰ ਧਾਰਨ ਵਾਲੀ ਬੁੱਧੀ ਜਿਸ ਵਿੱਚ ਭ੍ਰਾਂਤੀ ਦਾ ਲੇਸ਼ ਨਹੀਂ ਹੁੰਦਾ। ਕਰਮ ਦਾ ਭਾਵ ਅਰਬੀ ਵਿੱਚ ਹੈ ਮਿਹਰ, ਫਜ਼ਲ, ਬਖਸ਼ਿਸ਼। ਕਰਮ ਇੱਥੇ ਸੰਸਕ੍ਰਿਤੀ ਪਦ ਦਾ ਕਰਮ ਨਹੀਂ, ਉਹ ਕਰਮੀ ਹੋਏ ਵਿਚਾਰ ਪਿੱਛੇ ਧਰਮਖੰਡ ਵਿੱਚ ਆ ਚੁੱਕਾ ਹੈ। ਹੋਰ ਦਾ ਭਾਵ ਹੈ ਦੂਸਰਾ।
ਹੋਰ ਅਤੇ RAM ਦਾ ਭਾਵ ਹੈ ਵਿਆਪਕ RAM ਅਕਾਲ ਪੁਰਖ। ਸੀਤੋ ਭਾਵ ਰਾਮਚੰਦਰ ਤ੍ਰੇਤੇ ਦੇ ਈਸ਼ਵਰ ਪ੍ਰਾਇਣ ਰਹਿਣੇ ਵਾਲੇ ਤੇ ਮੰਨੇ ਗਏ ਅਵਤਾਰ ਸ਼੍ਰੀ ਰਾਮਚੰਦਰ ਜੀ ਤੇ ਉਹਨਾਂ ਦੀ ਪਤਿਵ੍ਰਤ ਤੇ ਈਸ਼ਵਰ ਉਪਾਸ਼ਕ ਇਸਤਰੀ ਸੀਤਾ। ਜਿਵੇਂ ਆਮ ਬੋਲੀ ਦਾ ਮਾਧਵ ਤੋਂ ਮਾਧਵ ਬਣਾਇਆ ਹੈ, ਤਿਵੇਂ ਸੀਤਾ ਪਲਸ ਧਵ ਤੋਂ ਸੀਤਾ ਧਵ, ਇਸ ਤੋਂ ਸੀਤਾਦੋ ਤੇ ਫਿਰ ਸੀਤੋ ਬਣਾਇਆ ਜਾਪਦਾ ਹੈ। ਸੀਤੋ ਦਾ ਅਰਥ ਬਣਿਆ ਰਾਮਚੰਦਰ। ਇਸ ਪਦ ਸੀਤੋ ਸੀਤਾ ਦੇ ਸਿਆਣਿਆਂ ਨੇ ਹੋਰ ਤਰ੍ਹਾਂ ਵੀ ਅਰਥ ਲਾਉਣ ਦੇ ਯਤਨ ਕੀਤੇ ਹਨ। ਸੀਤੋ ਸੀਤਾ ਭਾਵ ਸੁੰਦਰਤਾ ਉੱਪਰ ਸੁੰਦਰਤਾ ਤੇ ਮਹਿਮਾ ਵਿੱਚ ਮਹਿਮਾ। ਸੀਤਾ ਦੀ ਸੁੰਦਰਤਾ ਦੀ ਲੱਛਣਾ ਤੋਂ ਅਰਥ ਸੁੰਦਰਤਾ ਲਿਆ ਹੈ, ਤਿਵੇਂ ਉਸ ਦੇ ਪਤਿਵ੍ਰਤ ਲੱਛਣ ਤੋਂ ਭਗਤੀ ਅਰਥ ਵੀ ਲੈਂਦੇ ਹਨ। ਮਹਿਮਾ ਰੂਪ ਸੀਤਾ ਮਾਹੇ ਚੰਦ ਵਰਗੇ ਪ੍ਰਕਾਸ਼ ਰੂਪ ਤੇ ਸੀਤੋ ਭਾਵ ਸੀਤਲ ਕਰਨੇ ਹਾਰੀ। ਉਥੇ ਸੀਤਾ ਹੈ, ਮਹਿਮਾ ਵਿੱਚ ਸੀਤਲ ਭਾਵ ਪ੍ਰਸੰਨ। ਉਥੇ ਮਨ ਸੀਤਾ ਹੋਇਆ ਹੈ ਪਰਮੇਸ਼ਰ ਦੀ ਵਡਿਆਈ ਵਿੱਚ ਭਗਤਾਂ ਦਾ। ਉਥੇ ਸੀਤਾ ਹੈ ਪ੍ਰਤਿਬਰਤਾ, ਜਿਸ ਨੇ ਸੀਤਾ ਪਰੋਤਾ ਹੈ ਮਨ ਮਹਿਮਾ ਵਿਖੇ। ਉਥੇ ਸੀਤਲ ਤੋਂ ਸੀਤਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਵਿੱਚ ਹਨ ਭਗਤ। ਉਹਨਾਂ ਭਗਤਾਂ ਦੇ ਦਿਲ ਦੇ ਵਿੱਚ ਸ਼ਾਂਤੀ ਹੀ ਸ਼ਾਂਤੀ ਰਹਿੰਦੀ ਹੈ ਤੇ ਉਸ ਸ਼ਾਂਤੀ ਵਿੱਚ ਮਹਿਮਾ।